ठीक है। टुडेज टॉपिक इज इन MOP डिपार्टमेंट्स ऑफ एन ऑफिस। ठीक है, ऑफिस ਦੇ ਵਿੱਚ ਡਿਪਾਰਟਮੈਂਟਸ ਹੁੰਦੇ ਨੇ। ਠੀਕ ਹੈ, ਉਹ ਤੁਸੀਂ ਇਸ ਲੈਸਨ ਦੇ ਵਿੱਚ ਕਰਨੇ ਨੇ। ਠੀਕ ਹੈ, ਇਹਦੇ ਵਿੱਚ ਜਿਹੜਾ ਹੈ ਪਹਿਲਾਂ ਤਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਵਟ ਇਜ਼ ਅ ਡਿਪਾਰਟਮੈਂਟ। ਡਿਪਾਰਟਮੈਂਟ ਕੀ ਹੁੰਦਾ ਹੈ? ਠੀਕ ਹੈ, ਡਿਪਾਰਟਮੈਂਟ ਕੀ ਹੁੰਦਾ ਹੈ ਕਿ ਜਿੱਥੇ ਇੱਕ ਤਰ੍ਹਾਂ ਦੀਆਂ ਐਕਟੀਵਿਟੀਜ਼ ਪਰਫਾਰਮ ਕਰੀਏ ਅਸੀਂ, ਇੱਕ ਤਰ੍ਹਾਂ ਦੀਆਂ, ਓਨਲੀ ਵਨ ਟਾਈਪ ਆਫ ਐਕਟੀਵਿਟੀਜ਼ ਆਰ ਪਰਫਾਰਮਡ ਇਨ ਵਨ ਡਿਪਾਰਟਮੈਂਟ। ਕਿਉਂਕਿ ਤੁਸੀਂ ਬਿਜ਼ਨਸ ਨਾਲ ਰਿਲੇਟਡ ਹੋ, ਕਾਮਰਸ ਦੇ ਸਟੂਡੈਂਟ ਹੋ। ਬਿਜ਼ਨਸ ਦੇ ਵਿੱਚ ਆਰਗੇਨਾਈਜੇਸ਼ਨ ਹੁੰਦੀ ਹੈ, ਆਰਗੇਨਾਈਜੇਸ਼ਨ ਦੇ ਵਿੱਚ ਜਿਹੜਾ ਹੈ ਬਹੁਤ ਸਾਰੀਆਂ ਜਿਹੜੀਆਂ ਨੇ ਐਕਟੀਵਿਟੀਜ਼ ਕੀਤੀਆਂ ਜਾਂਦੀਆਂ ਨੇ। ਉਹਨਾਂ ਐਕਟੀਵਿਟੀਜ਼ ਨੂੰ ਜਿਹੜਾ ਹੈਗਾ ਕਲੱਬ ਕਰ ਦਿੱਤਾ ਜਾਂਦਾ ਹੈ, ਜਿਸ ਤਰ੍ਹਾਂ ਜਾਂ ਅਲੱਗ-ਅਲੱਗ ਕਰ ਦਿੱਤਾ ਜਾਂਦਾ ਹੈ। ਇੱਕ ਤਰ੍ਹਾਂ ਦੀਆਂ ਐਕਟੀਵਿਟੀਜ਼ ਨੇ, ਜਿਸ ਤਰ੍ਹਾਂ ਕਿ ਸੇਲਸ ਨਾਲ ਰਿਲੇਟਡ ਜਿਹੜੀਆਂ ਐਕਟੀਵਿਟੀਜ਼ ਨੇ ਉਹਨਾਂ ਨੂੰ ਤੁਸੀਂ ਇੱਕ ਸਾਈਡ ਤੇ ਕਰ ਦੋ। ਫਿਰ ਪਰਚੇਜ਼ਿਸ ਵਾਲੀਆਂ ਐਕਟੀਵਿਟੀਜ਼ ਨੂੰ ਇੱਕ ਜਗ੍ਹਾ ਤੇ ਕਰ ਦੋ। ਪ੍ਰੋਡਕਸ਼ਨ ਵਾਲੀਆਂ ਐਕਟੀਵਿਟੀਜ਼ ਨੇ ਜਿੱਥੇ ਫੰਕਸ਼ਨ ਨਿੰਗ ਅਸਲੀ ਹੋ ਰਹੀ ਹੈ, ਜਿੱਥੇ ਵਰਕਰਸ ਜਿਹੜੇ ਨੇ ਕੋਈ ਚੀਜ਼ ਜਿਹੜੀ ਹੈ ਪ੍ਰੋਡਿਊਸ ਕਰ ਰਹੇ ਨੇ, ਬਣਾ ਰਹੇ ਨੇ, ਉਹ ਵਾਲੀਆਂ ਐਕਟੀਵਿਟੀਜ਼ ਨੂੰ ਅਲੱਗ ਕਰ ਦੋ। ਠੀਕ ਹੈ, ਉਹ ਅਲੱਗ-ਅਲੱਗ ਉਹਨੂੰ ਤੁਸੀਂ ਜਿਹੜਾ ਉਹਦਾ ਕੰਮ ਸੰਭਾਲਣ ਵਾਸਤੇ ਕਿ ਸਹੀ ਤਰ੍ਹਾਂ ਨਾਲ ਕੰਮ ਹੋ ਸਕੇ ਤਾਂ ਤੁਸੀਂ ਕੀ ਕਰ ਸਕਦੇ ਹੋ, ਉਹਨਾਂ ਨੂੰ ਇੱਕ ਅਲੱਗ ਜਿਹੜਾ ਹੈਗਾ ਡਿਪਾਰਟਮੈਂਟ ਉਹਦਾ ਅਲੱਗ-ਅਲੱਗ ਬਣਾ ਸਕਦੇ ਹੋ, ਸੋ ਦੈਟ ਜਿਹੜਾ ਕੰਮ ਹੁੰਦਾ ਹੈ ਆਰਗੇਨਾਈਜੇਸ਼ਨ ਦਾ ਉਹ ਮੈਨੇਜੇਬਲ ਹੋ ਜਾਂਦਾ, ਉਹਨੂੰ ਮੈਨੇਜ ਕਰਨਾ ਈਜ਼ੀ ਹੋ ਜਾਂਦਾ ਹੈਗਾ ਕਿ ਇਹ ਸੇਲਸ ਡਿਪਾਰਟਮੈਂਟ ਹੈ, this is finance department, this is purchase department, this is production department and ਬਹੁਤ ਸਾਰੇ ਤਾਂ ਜਿਹੜੇ ਡਿਪਾਰਟਮੈਂਟਸ ਹੁੰਦੇ ਨੇ ਜਿੱਥੇ ਪ੍ਰੋਡਕਸ਼ਨ ਜਿਹੜੀ ਹੈ ਬਹੁਤ ਜ਼ਿਆਦਾ ਹੁੰਦੀ ਹੈ। ਕੋਈ ਚੀਜ਼ ਜਿਹੜੀ ਹੈ ਬਣਾਉਣ ਦਾ ਕੰਮ ਹੀ ਜਿੱਥੇ ਸਭ ਤੋਂ ਜ਼ਿਆਦਾ ਹੁੰਦਾ ਹੈ ਕਿ ਕਈ ਵਾਰੀ ਕੋਈ ਵੱਡੀ ਚੀਜ਼ ਆਪਾਂ ਨੇ ਬਣਾਉਣੀ ਹੋਏ ਨਾ ਬੇਟੇ, ਤਾਂ ਪ੍ਰੋਡਕਸ਼ਨ, ਦੇਖੋ ਪ੍ਰੋਡਕਸ਼ਨ ਜਿਹੜੀ ਹੈਗੀ ਹੈ ਉਹ ਬਹੁਤ ਸਾਰੇ ਉਹਦੀਆਂ ਵੀ ਅੱਗੋਂ ਐਕਟੀਵਿਟੀਜ਼ ਨੇ ਅਲੱਗ-ਅਲੱਗ। ਜਿਸ ਤਰ੍ਹਾਂ ਮੋਸਟਲੀ ਮੈਂ ਇੱਕ ਐਗਜ਼ਾਮਪਲ ਲੈਂਦੀ ਹੁੰਦੀ ਹਾਂ ਕੱਪੜਾ ਬਣਾਉਣ ਦੀ, ਤਾਂ ਕੱਪੜਾ ਬਣਾਉਣ ਨਾਲ ਰਿਲੇਟਡ ਬਹੁਤ ਸਾਰੀਆਂ ਐਕਟੀਵਿਟੀਜ਼ ਨੇ, ਉਹਨਾਂ ਨੂੰ ਵੀ ਅੱਗੋਂ ਡਿਵਾਈਡ ਕੀਤਾ ਜਾ ਸਕਦਾ ਹੈਗਾ। ਜਿਵੇਂ ਥ੍ਰੈਡ ਡਿਪਾਰਟਮੈਂਟ ਅਲੱਗ ਹੋ ਗਿਆ, ਠੀਕ ਹੈ, ਵੀਵਿੰਗ ਡਿਪਾਰਟਮੈਂਟ ਅਲੱਗ ਹੋ ਗਿਆ। ਮਤਲਬ ਉਹਦੇ ਵਿੱਚ ਵੀ ਅੰਦਰ ਸ਼ੌਪਸ ਹੁੰਦੀਆਂ ਨੇ, ਡਿਪਾਰਟਮੈਂਟਸ ਕਹਿ ਲਓ, ਸ਼ੌਪਸ ਕਹਿ ਲਓ। ਠੀਕ ਹੈ, ਉਹ ਜਿਹੜਾ ਅਲੱਗ-ਅਲੱਗ ਕੀਤਾ ਜਾ ਸਕਦਾ। ਇਹ ਡਿਪਾਰਟਮੈਂਟੇਸ਼ਨ ਜਿਹੜੀ ਹੈ ਉਹ ਇਸ ਕਰਕੇ ਕਰਦੇ ਆ ਕਿ ਜਿਹੜਾ ਕੰਮ ਹੈ ਕਿਸੇ ਵੀ ਆਰਗੇਨਾਈਜੇਸ਼ਨ ਦਾ ਉਹ ਈਜ਼ੀਲੀ ਜਿਹੜਾ ਹੈਗਾ ਉਹਨੂੰ ਅਸੀਂ ਉਹਦੇ ਸਾਰੇ ਪ੍ਰਬੰਧ ਕਰ ਸਕੀਏ, ਦੇਖ ਸਕੀਏ, ਕੰਟਰੋਲ ਕਰ ਸਕੀਏ। ਠੀਕ ਹੈ, ਡਿਵਾਈਡ ਕਰਦੇ ਆ। ਮੋਰ ਓਵਰ ਸਭ ਤੋਂ ਜ਼ਿਆਦਾ ਵਧੀਆ ਚੀਜ਼ ਇਸ 'ਚ ਇਹ ਹੁੰਦੀ ਹੈ ਕਿ ਜਦੋਂ ਤੁਸੀਂ ਇੱਕ ਤਰ੍ਹਾਂ ਦਾ ਕੰਮ ਇੱਕ ਜਗ੍ਹਾ ਤੇ ਇਕੱਠਾ ਕਰ ਦਿੰਦੇ ਹੋ ਤਾਂ ਉਹਦੇ ਨਾਲ ਕੀ ਹੁੰਦਾ ਕਿ ਉਹ ਵਾਲਾ ਡਿਪਾਰਟਮੈਂਟ ਉਹ ਆਪਣੇ ਪਾਰਟਿਕੂਲਰ ਕੰਮ ਦੇ ਵਿੱਚ ਜਿਹੜਾ ਹੈਗਾ ਬਹੁਤ ਹੀ ਜਿਹੜਾ ਹੈ ਬਹੁਤ ਹੀ ਜਿਹੜਾ ਹੈਗਾ ਉਹ ਐਕਸਪਰਟ ਹੋ ਜਾਂਦਾ ਹੈ। ਠੀਕ ਹੈ, ਕਿ ਸਪੈਸ਼ਲਾਈਜੇਸ਼ਨ ਹੋ ਜਾਂਦੀ ਹੈ ਉਹਦੇ ਵਿੱਚ। ਜਿਸ ਤਰ੍ਹਾਂ ਕਿ ਤੁਸੀਂ ਡਾਕਟਰਸ ਦੇਖਦੇ ਹੋ, ਆਪਾਂ ਕਹਿੰਦੇ ਆ ਕਿ ਬੱਚਿਆਂ ਦਾ ਡਾਕਟਰ ਹੈਗਾ, ਠੀਕ ਹੈ, ਇਹ ਕਿਡਨੀ ਨਾਲ ਰਿਲੇਟਡ ਕੋਈ ਡਾਕਟਰ ਹੈਗਾ, ਠੀਕ ਹੈ, ਜਾਂ ਬ੍ਰੇਨ ਨਾਲ ਰਿਲੇਟਡ ਹੈ, ਜਾਂ ਇਹ ਔਰਥੋ ਨਾਲ ਰਿਲੇਟਡ ਹੈ। ਤਾਂ ਉਹ ਜਦੋਂ ਬਾਰ-ਬਾਰ ਔਰਥੋ ਵਾਲਾ ਡਾਕਟਰ ਹੱਡੀਆਂ ਨਾਲ ਰਿਲੇਟਡ ਹੈ, ਠੀਕ ਹੈ, ਤਾਂ ਉਹ ਜਦੋਂ ਬਾਰ-ਬਾਰ ਹੱਡੀਆਂ ਦਾ ਹੀ ਜਿਹੜੇ ਪੇਸ਼ੈਂਟਸ ਦੇਖੀ ਜਾਂਦਾ ਹੈਗਾ, ਠੀਕ ਹੈ, ਉਹਨਾਂ ਨੂੰ ਕਿਉਰ ਕਰਦਾ ਹੈ, ਉਹਨਾਂ ਦੀ ਮੈਡੀਕੇਸ਼ਨ ਕਰਦਾ ਹੈ, ਉਹਨਾਂ ਦੀ ਸਰਜਰੀ ਕਰਦਾ ਹੈ, ਤਾਂ ਉਹ ਹੱਡੀਆਂ ਦੇ ਵਿੱਚ ਦੇ ਕੰਮ ਕਰਨ ਦੇ ਵਿੱਚ ਉਹ ਐਕਸਪਰਟ ਹੋ ਜਾਂਦਾ। ਮਤਲਬ ਉਹਦੀ ਸਪੈਸ਼ਲਾਈਜੇਸ਼ਨ ਹੈ। ਉਹਨੇ ਪਹਿਲਾਂ ਤਾਂ ਉਹਦੀ ਪੜ੍ਹਾਈ ਕੀਤੀ ਹੈ, ਫਿਰ ਉਸਨੂੰ ਬਾਰ-ਬਾਰ ਜਦੋਂ ਉਹ ਸੇਮ ਜਿਹੜਾ ਕੰਮ ਕਰ ਰਿਹਾ ਤਾਂ ਉਹਦੇ 'ਚ ਉਹ ਐਕਸਪਰਟ ਹੋ ਗਿਆ, ਉਹਦੀ ਸਪੈਸ਼ਲਾਈਜੇਸ਼ਨ ਹੋ ਗਈ ਹੈ। ਉਹਦੀ ਸਪੈਸ਼ਲਾਈਜੇਸ਼ਨ ਦਾ ਫਾਇਦਾ ਜਿਹੜਾ ਹੈ ਹਿਊਮਨ ਬੀਇੰਗਸ ਨੂੰ ਹੁੰਦਾ। ਸੇਮ ਲਾਈਕ ਜਿਹੜਾ ਬੱਚਿਆਂ ਦਾ ਡਾਕਟਰ ਹੈ ਉਹਨੂੰ ਪਤਾ ਬੱਚਿਆਂ ਨੂੰ ਕਿੱਦਾਂ ਦੀਆਂ ਪ੍ਰੋਬਲਮਸ ਹੁੰਦੀਆਂ ਨੇ, ਕਿਵੇਂ ਦੀਆਂ ਹੁੰਦੀਆਂ ਨੇ, ਉਹਨੇ ਬੱਚਿਆਂ ਬਾਰੇ, ਸਾਈਕੋਲੋਜੀ ਬਾਰੇ, ਕਿਉਂਕਿ ਬੱਚੇ ਛੋਟੇ ਤਾਂ ਬੋਲਦੇ ਵੀ ਨਹੀਂ ਹੈ ਨਾ, ਜਸਟ ਉਹਨਾਂ ਨੂੰ ਦੇਖ ਕੇ ਹੀ ਜਿਹੜਾ ਹੈ ਜਾਂ ਕੋਈ ਟੈਸਟ ਕਰਵਾ ਕੇ ਜਿਹੜਾ ਹੈਗਾ ਉਹਨਾਂ ਨੂੰ ਮੈਡੀਕੇਸ਼ਨ ਜਿਹੜੀ ਹੈ ਕਰਨੀ ਪੈਂਦੀ ਹੈ। ਤਾਂ ਇਸ ਤਰ੍ਹਾਂ ਉਹ ਮਤਲਬ ਕੋਈ ਵੀ ਹੋਏ, ਠੀਕ ਹੈ, ਉਹ ਐਕਸਪਰਟ ਹੋ ਜਾਂਦਾ ਹੈ ਜਦੋਂ ਉਹ ਬਾਰ-ਬਾਰ ਕੋਈ ਵੀ ਇੱਕ ਕੰਮ ਕਰਦਾ ਹੈ। ਠੀਕ ਹੈ, ਸੋ ਡਿਪਾਰਟਮੈਂਟ ਦਾ ਇਹ ਮਤਲਬ ਹੁੰਦਾ ਕਿ ਅਸੀਂ ਜਿਹੜੀਆਂ ਐਕਟੀਵਿਟੀਜ਼ ਨੇ ਆਰਗੇਨਾਈਜੇਸ਼ਨ ਦੀਆਂ ਉਹਨਾਂ ਨੂੰ ਅਲੱਗ-ਅਲੱਗ ਕਰ ਦਈਏ
डिवाइड कर दईए ताकि जिहड़ा है उन्हां च स्पैशलाइजेशन हो जाए। कंप्लेंट्स भी फिर घट आंदियां ने बेटे, मटीरियल ये वो सारा कुछ बहुत संभलिया रहिंदा है और जिहड़ी है रिस्पॉन्सिबिलिटी भी फिक्स हो सकती है किसी दी। जे कोई वधिया काम करता है तो तुहानूं पता ही है कि उत्थे रिवार्ड मिलता है, ते जे कोई गड़बड़ करता हैगा या कोई खराब करता है तो उन्होंने सजा भी मिलती है। ठीक है, कट ओदी सैलरी ते लग सकता है या कुछ भी हो सकता है। ठीक है, ਤਾਂ ਇਸ ਤਰ੍ਹਾਂ ਦੀ ਜਿਹੜੀ ਡਿਪਾਰਟਮੈਂਟੇਸ਼ਨ ਹੈ ਉਹ ਆਰਗੇਨਾਈਜੇਸ਼ਨ ਦੇ ਵਿੱਚ ਕੀਤੀ ਜਾਂਦੀ ਹੈਗੀ ਹੈ। ਠੀਕ ਹੈ, ਡਿਪਾਰਟਮੈਂਟ ਦਾ ਮਤਲਬ ਕੀ ਹੁੰਦਾ ਕਿ ਜਿੱਥੇ ਇੱਕ ਤਰ੍ਹਾਂ ਦੀਆਂ ਬਹੁਤ ਸਾਰੀਆਂ ਐਕਟੀਵਿਟੀਜ਼ ਹੁੰਦੀਆਂ ਨੇ, ਉਹਨਾਂ ਸਾਰੀਆਂ ਜਿਹੜੀਆਂ ਐਕਟੀਵਿਟੀਜ਼ ਨੇ ਡਿਪਾਰਟਮੈਂਟ ਦਾ ਜਿਹੜਾ ਮੀਨਿੰਗ ਹੈ ਉਹ ਤੁਸੀਂ ਦੇਖ ਸਕਦੇ ਹੋ ਉਹਦੇ ਚ। ਠੀਕ ਹੈ, ਮੀਨਿੰਗ ਆਫ ਡਿਪਾਰਟਮੈਂਟੇਸ਼ਨ, ਕਿ ਡਿਪਾਰਟਮੈਂਟੇਸ਼ਨ ਦਾ मीनिंग की हुंदा। कहंदे कि जिहड़ा डिपार्टमेंटेशन हुंदी है वो एक तरह नाल जिहड़ी मैनेजमेंट हुंदी है, मैनेजर्स हुंदे ने या जिहड़ा ऑर्गेनाइजेशन दा प्रबंध कर रहे हुंदे ने, वो की करदे ने जिहड़ियां एक्टिविटीज ने उन्हां नूं जिहड़ा हैगा बहुत सारियां एक्टिविटीज हुंदियां ने। ठीक है, उन्हां नूं अलग-अलग ग्रुप्स दे विच डिवाइड कर दिंदे ने ते एक तरह दी जिहड़ा ग्रुप हैगा ਉਹਨੂੰ एक डिपार्टमेंट ਦਾ नाम दे दिता जांदा है। बेटे ये जिहड़े डिपार्टमेंट्स ने ना, ਇਹ मैं ਤੁਹਾਨੂੰ ਪਹਿਲਾਂ ਵੀ ਦੱਸਦੀ ਹੁੰਦੀ ਹਾਂ ਕਿ ਜਦੋਂ ਕੰਮ ਛੋਟੇ ਲੈਵਲ ਤੇ ਸੀ ਜਾਂ ਬਿਜ਼ਨਸ ਬਹੁਤ ਛੋਟੇ ਹੁੰਦੇ ਸੀਗੇ ਤਾਂ ਉਦੋਂ ਇਦਾਂ ਡਿਪਾਰਟਮੈਂਟਸ ਦੀ ਜ਼ਰੂਰਤ ਨਹੀਂ ਪੈਂਦੀ ਸੀ। ਬਟ ਕਿਉਂਕਿ ਕੰਮ ਜਿਹੜਾ ਹੈਗਾ ਉਹ ਬਹੁਤ ਵੱਡੇ ਹੋ ਗਏ, ਗਿਣਤੀ ਕੰਮਾਂ ਦੀ ਬਹੁਤ ਜ਼ਿਆਦਾ ਹੋ ਗਈ, ਔਰ ਤੁਹਾਨੂੰ ਇਹ ਵੀ ਪਤਾ ਹੈ ਕਿ ਜਿਹੜਾ ਹੈ ਕੰਮ ਸਾਡੇ ਜਿਹੜੇ ਹੈ ਦੇਸ਼ਾਂ ਵਿਦੇਸ਼ਾਂ ਤੱਕ, ਕੰਟਰੀ ਦੇ ਵਿੱਚ ਵੀ ਔਰ ਫੋਰਨ ਕੰਟਰੀਜ਼ ਤੱਕ ਵੀ ਸਾਡੇ ਜਿਹੜੇ ਕੰਮ ਚੱਲ ਰਹੇ ਹੁੰਦੇ ਨੇ, ਤਾਂ ਇੰਨੇ ਜਦੋਂ ਕੰਮ ਬਹੁਤ ਵੱਡੇ ਹੋ ਗਏ ਨੇ ਤਾਂ ਉਹਨਾਂ ਨੂੰ ਇੱਕ ਸਿੰਗਲ ਜਗ੍ਹਾ ਤੇ ਸੰਭਾਲਣਾ ਮੁਸ਼ਕਿਲ ਹੁੰਦਾ ਹੈ। ਇਸ ਕਰਕੇ ਅਲੱਗ-ਅਲੱਗ ਡਿਪਾਰਟਮੈਂਟਸ ਬਣਾ ਦਿੱਤੇ ਜਾਂਦੇ ਨੇ ਤਾਂ ਕਿ ਜਿਹੜਾ ਹੈ ਸਾਰੇ ਕੰਮ ਨੂੰ ਸਹੀ ਤਰ੍ਹਾਂ ਨਾਲ ਜਿਹੜਾ ਹੈਗਾ ਦੇਖਿਆ ਜਾ ਸਕੇ। ਇਹਦੇ ਵਿੱਚ ਕੀ ਹੁੰਦਾ, ਡਿਵੀਜ਼ਨ ਆਫ ਵਰਕ ਹੋ ਜਾਂਦਾ ਹੈ। ਠੀਕ ਹੈ, ਤੁਸੀਂ ਕਾਮਰਸ ਦੇ ਵਿੱਚ ਡਿਵੀਜ਼ਨ ਆਫ ਵਰਕ ਜਿਹੜਾ ਬਹੁਤ ਜ਼ਿਆਦਾ ਸੁਣੋਗੇ। ਡਿਵੀਜ਼ਨ ਆਫ ਵਰਕ ਦਾ ਮਤਲਬ ਹੈ ਕੰਮ ਦੀ ਵੰਡ ਕਰ ਦੇਣੀ, ਮੀਨਸ ਕਿ ਸਾਰੀਆਂ ਐਕਟੀਵਿਟੀਜ਼ ਜਿਹੜੀਆਂ ਨੇ ਉਹਨੂੰ ਛੋਟੇ-ਛੋਟੇ ਹਿੱਸਿਆਂ ਦੇ ਵਿੱਚ ਵੰਡ ਦੇਣਾ। ਠੀਕ ਹੈ, ਕੋਈ ਵੀ ਕੰਮ ਹੈਗਾ ਜਿਸ ਤਰ੍ਹਾਂ ਕਿ ਆਪਾਂ ਜੇ ਦੇਖੀਏ ਕਿ ਘਰ ਬਣਾਉਣ ਦੇ ਵਿੱਚ ਜਿਹੜੇ ਹੈਗੇ ਆ ਇੱਕੋ ਮਿਸਤਰੀ ਜਿਹੜਾ ਹੈਗਾ ਉਹ ਲੱਕੜ ਦਾ ਕੰਮ ਵੀ ਕਰ ਸਕਦਾ ਸੀ, ਇੱਟਾਂ ਵਾਲਾ ਕੰਮ ਵੀ ਕਰ ਸਕਦਾ ਸੀ, ਲੈਂਟਰ ਪਾਉਣ ਦਾ ਕੰਮ ਵੀ ਕਰ ਸਕਦਾ ਸੀ, ਲੋਹੇ ਦਾ ਕੰਮ ਵੀ ਕਰ ਸਕਦਾ ਸੀ, ਸਾਰੇ ਕਰ ਸਕਦੇ ਸੀ। ਇੱਕੋ ਬੰਦਾ ਵੀ ਤਾਂ ਕਰ ਸਕਦਾ। ਬਟ ਆਪਾਂ ਨੇ ਕੀ ਕਰਦੇ ਆ ਜਦੋਂ ਆਪਾਂ ਘਰ ਬਣਾਉਂਦੇ ਆ, ਲੋਹੇ ਵਾਲੇ ਨੂੰ ਅਲੱਗ ਬੁਲਾਉਣਾ ਪੈਂਦਾ ਹੈ ਨਾ, ਇੱਟਾਂ ਜਿਹੜੀ ਰਾਜ ਮਿਸਤਰੀ ਆ ਉਹ ਅਲੱਗ ਹੈ, ਲੱਕੜ ਵਾਲਾ ਅਲੱਗ ਹੈ, ਸ਼ੀਸ਼ੇ ਵਾਲਾ ਅਲੱਗ ਹੈ, ਮਾਰਬਲ ਵਾਲਾ ਅਲੱਗ ਹੈ। ਠੀਕ ਹੈ, ਅਸੀਂ ਕਿਉਂ ਅਲੱਗ-ਅਲੱਗ ਬੁਲਾਉਂਦੇ ਆ? ਕਿਉਂਕਿ ਉਹ ਜਿਹੜਾ ਅਸੀਂ ਵਰਕ ਜਿਹੜਾ ਡਿਵਾਈਡ ਕਰ ਦਿੰਦੇ ਆ। ਜੇ ਇੱਕ ਬੰਦੇ ਨੂੰ ਸਾਰੇ ਕੰਮ ਕਰਨੇ ਪੈਣਗੇ ਨਾ ਤਾਂ ਉਹ ਸਾਰੇ ਕੰਮਾਂ ਦੇ ਵਿੱਚ ਐਕਸਪਰਟ ਨਹੀਂ ਹੋਏਗਾ। ਠੀਕ ਹੈ, ਜੇ ਅਸੀਂ ਇੱਕ ਬੰਦੇ ਨੂੰ ਇੱਕ ਕੰਮ ਦੇਾਂਗੇ ਤਾਂ ਕਿਉਂਕਿ ਉਹ ਉਸ ਕੰਮ ਨੂੰ ਬਾਰ-ਬਾਰ ਕਰੇਗਾ, ਸਿੰਗਲ ਕੰਮ ਹੈ, ਮਤਲਬ ਕਿ ਵਰਕ ਨੂੰ ਡਿਵਾਈਡ ਕਰਕੇ ਇੱਕ ਛੋਟਾ ਹਿੱਸਾ ਕੰਮ ਦਾ ਅਸੀਂ ਇੱਕ ਜਿਹੜਾ ਪਰਸਨ ਨੂੰ ਜੇ ਦਈਏ ਤਾਂ ਉਹਦੇ ਵਿੱਚ ਜਿਹੜੀ ਹੈ ਸਪੈਸ਼ਲਾਈਜੇਸ਼ਨ ਹੋ ਜਾਂਦੀ ਹੈ, ਉਹ ਅੱਛਾ ਕੰਮ ਕਰ ਸਕਦਾ ਹੈ, ਐਕਸਪਰਟ ਹੋ ਜਾਂਦਾ ਹੈ। ਠੀਕ ਹੈ, ਸੋ ਦਾ ਡਿਪਾਰਟਮੈਂਟਸ ਜਿਹੜੇ ਹੈਗੇ ਆ ਉਹ ਅਲੱਗ-ਅਲੱਗ ਜਿਹੜੇ ਹੈਗੇ ਆ ਅਲੱਗ-ਅਲੱਗ ਜਿਹੜੇ ਹੈਗੇ ਆ ਐਕਟੀਵਿਟੀਜ਼ ਨੂੰ ਪਰਫਾਰਮ ਕਰਦੇ ਆ ਤੇ ਉਹਦੇ ਨਾਲ ਐਕਸਪਰਟ ਵੀ ਹੋ ਜਾਂਦੇ ਆ, ਸਪੈਸ਼ਲਾਈਜੇਸ਼ਨ ਵੀ ਹੁੰਦੀ ਹੈ, ਟਾਈਮ ਵੀ ਸੇਵ ਹੁੰਦਾ। ਠੀਕ ਹੈ, ਬਹੁਤ ਸਾਰੀਆਂ ਸੇਵਿੰਗਸ ਵੀ ਹੁੰਦੀਆਂ ਨੇ। ਠੀਕ ਹੈ, ਤੇ ਸਾਰਾ ਕੁਝ ਮੈਨੇਜੇਬਲ ਵੀ ਹੋ ਜਾਂਦਾ। ਠੀਕ ਹੈ, ਜੇ ਆਪਾਂ ਡਿਪਾਰਟਮੈਂਟ ਦੇ ਜਿਹੜੀ ਹੈਗੀਆਂ ਡੈਫੀਨੇਸ਼ਨਸ ਦੀ ਗੱਲ ਕਰੀਏ, ਡੈਫੀਨੇਸ਼ਨਸ ਜਿਹੜੀਆਂ ਨੇ ਇਸ ਤੇ ਜਿਵੇਂ ਕੂਨਜ਼ ਓਡੋਨਲ ਦੀ ਦਿੱਤੀ ਹੋਈ ਹੈ, ਕੂਨਜ਼ ਓਡੋਨਲ ਦੀ ਵੀ ਦਿੱਤੀ ਹੋਈ ਹੈ, ਲੂਇਸ ਐਲਨ ਦੀ ਵੀ ਦਿੱਤੀ ਹੋਈ ਹੈ, ਫ੍ਰੈਂਕਲਿਨ ਦੀ ਵੀ ਹੈ। ਠੀਕ ਹੈ, ਇਹਨਾਂ ਜਿਸ ਤਰ੍ਹਾਂ ਕਿ 4 ਡੈਫੀਨੇਸ਼ਨਸ ਇੱਥੇ ਦਿੱਤੀਆਂ ਹੋਈਆਂ ਨੇ, ਤੁਸੀਂ 4 ਤਾਂ ਲਰਨ ਨਹੀਂ ਕਰ ਸਕਦੇ ਲੇਕਿਨ 1 ਜਾਂ 2 ਤੁਸੀਂ ਲਰਨ ਕਰ ਸਕਦੇ ਹੋ। ਔਰ ਜਿਹੜੀਆਂ ਡੈਫੀਨੇਸ਼ਨਸ ਨੇ ਬੇਟੇ ਇਹ ਵਰਡ ਟੂ ਵਰਡ ਸੇਮ ਲਿਖਣੀਆਂ ਹੁੰਦੀਆਂ ਨੇ, ਇਸ ਕਰਕੇ ਇਹਨਾਂ ਨੂੰ ਥੋੜਾ ਧਿਆਨ ਦੇ ਨਾਲ ਹੀ ਲਰਨ ਕਰਨਾ ਹੁੰਦਾ। ਇਹਨਾਂ ਚੋਂ 4 ਜਿਹੜੀਆਂ ਡੈਫੀਨੇਸ਼ਨਸ ਨੇ
ਉਹਨਾਂ ਚੋਂ ਕੋਈ ਇੱਕ ਕਰ ਲਓ ਜਾਂ ਦੋ ਕਰ ਲਓ, ਠੀਕ ਹੈ, ਬਟ ਉਹਨੂੰ ਤੁਸੀਂ ਬਾਈ ਹਾਰਟ ਯਾਦ ਕਰਨਾ ਹੁੰਦਾ। ਹੁਣੇ ਤੋਂ ਆਦਤ ਪਾ ਲਓ ਤਾਂ ਕਿ +2 ਦੇ ਵਿੱਚ ਵੀ ਹਰ ਟੌਪਿਕ ਦੇ ਵਿੱਚ ਕਿਤੇ ਨਾ ਕਿਤੇ ਤੁਹਾਡੇ ਕੋਲ ਜਿਹੜੀਆਂ ਡੈਫੀਨੇਸ਼ਨਸ ਆਉਣਗੀਆਂ ਤੇ ਤੁਸੀਂ ਉਹਨਾਂ ਨੂੰ ਲਰਨ ਕਰਨਾ ਹੋਏਗਾ, ਠੀਕ ਹੈ। ਜਿਸ ਤਰ੍ਹਾਂ ਕਿ ਕੂਨਜ਼ ਓਡੋਨਲ ਹੈ, ਉਹ ਕਹਿੰਦਾ ਕਿ a department is a distinct area, division or branch of an enterprises, ਲਿਖਿਆ ਹੋਇਆ ਬੇਟੇ, ਵੈਸੇ enterprise word ਹੈ, over which a manager, manage ਲਿਖਿਆ ਨਾ, manager ਹੈ ਬੇਟੇ ਇੱਥੇ। a department is a distinct area, ਇੱਕ ਅਲੱਗ ਤਰ੍ਹਾਂ ਦਾ, ਇੱਕ ਅਲੱਗ ਏਰੀਆ ਹੁੰਦਾ ਉਹਦੇ ਲਈ। ਡਿਪਾਰਟਮੈਂਟ ਦਾ ਮਤਲਬ ਹੈ ਕਿ ਜਗ੍ਹਾ ਹੀ ਅਲੱਗ ਹੈ ਉਹਦੀ। डिवीजन और ब्रांच ऑफ एन एंटरप्राइज, किस एंटरप्राइज मींस बिजनेस या ऑर्गेनाइज कह सकते हैं, ऑर्गेनाइजेशन कह सकते हैं ਉਹਨੂੰ, कि ऑर्गेनाइजेशन दी एक ब्रांच हैगी है, एक डिवीजन है, मतलब एक पार्ट है, एक हिस्सा है, ठीक है। which a manager has authority for the performance of specified activities, ਉਹਦੇ ਵਿੱਚ ਜਿਹੜਾ ਮੈਨੇਜਰ ਹੋਏਗਾ ਉਹਨੇ ਇੱਕ ਖਾਸ ਤਰ੍ਹਾਂ ਦੀਆਂ ਐਕਟੀਵਿਟੀਜ਼ ਜਿਹੜੀਆਂ ਨੇ ਉਹ ਪਰਫਾਰਮ ਕਰਵਾਉਣੀਆਂ ਹੋਣਗੀਆਂ। ਮਤਲਬ ਕਿਸੇ ਆਰਗੇਨਾਈਜੇਸ਼ਨ ਦੀਆਂ ਸਾਰੀਆਂ ਐਕਟੀਵਿਟੀਜ਼ ਨਹੀਂ ਉਸਨੇ ਕਰਵਾਉਣੀਆਂ, ਸਿਰਫ ਇੱਕ ਉਹਨੂੰ ਜਿਹੜੀਆਂ ਸਪੈਸੀਫਾਈ ਕੀਤੀਆਂ ਗਈਆਂ ਨੇ, ਸਪੈਸੀਫਾਈਡ ਜਿਹੜੀ ਕੋਈ ਐਕਟੀਵਿਟੀਜ਼ ਨੇ ਸਿਰਫ ਉਹੀ ਉਹਨੇ ਕਰਵਾਉਣੀਆਂ ਹੁੰਦੀਆਂ ਨੇ, ਠੀਕ ਹੈ। ਇਸ ਤਰ੍ਹਾਂ ਤੁਸੀਂ ਜਿਹੜੀ ਹੈਗੀ ਆ ਲੂਇਸ ਐਲਨ ਦੀ ਜਿਹੜੀ ਡੈਫੀਨੇਸ਼ਨ ਹੈ ਕਿ ਲੂਇਸ ਐਲਨ ਦੀ ਜਿਹੜੀ ਡੈਫੀਨੇਸ਼ਨ ਹੈਗੀ ਹੈ ਇੱਥੇ, ਠੀਕ ਹੈ, ਤੁਸੀਂ ਇਹਨੂੰ ਦੇਖ ਸਕਦੇ ਹੋ, ਜ਼ੂਮ ਕਰਕੇ ਵੀ ਦੇਖ ਸਕਦੇ ਹੋ ਬੇਟਾ, ਤੁਸੀਂ ਲਾਈਵ ਦੇ ਵਿੱਚ ਤਾਂ ਦੇਖ ਹੀ ਸਕਦੇ ਹੋ। divisionalization is a means of dividing the large and monolithic functional organization into smaller flexible administrative units, ਕਿ ਜਿਹੜੀ divisions ਨੇ ਉਹਦੇ ਵਿੱਚ ਕੀ ਹੈ, ਇੱਕ ਬੜਾ ਕੰਮ ਹੁੰਦਾ ਹੈ, ਠੀਕ ਹੈ, ਲਾਰਜ, ਠੀਕ ਹੈ, ਉਹਨੂੰ ਕੀ ਕੀਤਾ ਜਾਂਦਾ ਹੈ, ਛੋਟੇ ਛੋਟੇ ਮੋਨੋਲਿਥਿਕ ਫੰਕਸ਼ਨਲ ਆਰਗੇਨਾਈਜੇਸ਼ਨ, ਜਿਹੜੀ ਬਹੁਤ, ਜਿੱਥੇ ਬਹੁਤ ਤਰ੍ਹਾਂ ਦੀਆਂ ਐਕਟੀਵਿਟੀਜ਼ ਨੇ, ਠੀਕ ਹੈ, ਫੰਕਸ਼ਨਸ ਹੁੰਦੇ ਨੇ ਕਿਸੇ ਆਰਗੇਨਾਈਜੇਸ਼ਨ ਦੇ, ਉਹਨਾਂ ਨੂੰ ਡਿਵਾਈਡ ਕਰ ਦੇਣਾ ਇਨਟੂ ਸਮਾਲਰ ਫਲੈਕਸੀਬਲ ਐਡਮਿਨਿਸਟ੍ਰੇਟਿਵ ਯੂਨਿਟਸ, ਉਹਨਾਂ ਨੂੰ ਛੋਟੇ ਛੋਟੇ ਜਿਹੜੇ ਹੈ ਯੂਨਿਟਸ ਦੇ ਵਿੱਚ ਕਨਵਰਟ ਕਰ ਦੇਣਾ ਐਡਮਿਨਿਸਟ੍ਰੇਸ਼ਨ ਪਰਪਸ ਵਾਸਤੇ, ਮੈਨੇਜ ਕਰਨ ਵਾਸਤੇ, ਕਿ ਸਾਰਾ ਕੁਝ ਅੱਛੀ ਤਰ੍ਹਾਂ ਮੈਨੇਜ ਹੋ ਜਾਏ, ਠੀਕ ਹੈ। ਇਸ ਤਰ੍ਹਾਂ ਤੁਸੀਂ ਬਾਕੀ ਡੈਫੀਨੇਸ਼ਨਸ ਵੀ ਜਿਹੜੀਆਂ ਉਹ ਦੇਖ ਸਕਦੇ ਹੋ। ਹਾਂਜੀ, ਨੈਕਸਟ ਜਿਹੜਾ ਤੁਹਾਡੇ ਕੋਲ ਹੈ ਕਿ ਡਿਪਾਰਟਮੈਂਟੇਸ਼ਨ ਕਿਉਂ ਕੀਤੀ ਜਾਂਦੀ ਹੈ, ਇਹ ਆਪਾਂ ਨੇ ਹੁਣੇ ਕੀਤਾ ਹੈ, ਠੀਕ ਹੈ। ਤਾਂ ਇਹਨੂੰ ਫਿਰ ਇਹਨਾਂ ਨੇ ਫਿਰ ਜਿਹੜਾ ਹੈ ਪੁਆਇੰਟਸ ਦੇ ਵਿੱਚ ਲਿਆਏ ਕਿ ਸਭ ਤੋਂ ਪਹਿਲੇ ਕੀ ਹੈ, ਟੂ ਸਪੈਸ਼ਲਾਈਜ਼ ਐਕਟੀਵਿਟੀਜ਼। ਇਹ ਡਿਪਾਰਟਮੈਂਟੇਸ਼ਨ ਕਿਉਂ ਕੀਤੀ ਜਾਂਦੀ ਹੈ ਬੇਟੇ, ਆਬਜੈਕਟਿਵ ਕੀ ਹੈ, ਡਿਪਾਰਟਮੈਂਟਸ ਕਿਉਂ ਨਹੀਂ ਜਿਸ ਤਰ੍ਹਾਂ ਸਾਰੇ ਕੰਮ ਚੱਲ ਰਹੇ ਨੇ ਇਕੱਠੇ ਹੀ ਚੱਲਣ, ਠੀਕ ਹੈ। ਤਾਂ ਉਹ ਡਿਪਾਰਟਮੈਂਟਸ ਅਸੀਂ ਕਿਉਂ ਬਣਾਉਂਦੇ ਆ, ਇਸ ਕਰਕੇ ਬਣਾਉਂਦੇ ਆ ਕਿ ਸਾਰੀਆਂ ਐਕਟੀਵਿਟੀਜ਼ ਦੇ ਵਿੱਚ ਫਿਰ ਸਪੈਸ਼ਲਾਈਜੇਸ਼ਨ ਹੋ ਜਾਂਦੀ ਹੈ। ਤੁਹਾਨੂੰ ਮੈਂ ਹੁਣੇ ਦੱਸਿਆ ਕਿ ਜੇ ਅਸੀਂ ਕਿਸੇ ਕੰਮ ਦੀ ਵਿੱਚ ਕੋਈ ਵੀ ਕੰਮ ਹੈ ਉਸਨੂੰ ਛੋਟੇ ਛੋਟੇ ਹਿੱਸਿਆਂ ਦੇ ਵਿੱਚ ਡਿਵਾਈਡ ਕਰ ਲਈਏ ਤਾਂ ਫਿਰ ਅਸੀਂ ਉਸ ਕੰਮ ਨੂੰ, ਇੱਕ ਛੋਟੇ ਕੰਮ ਨੂੰ ਬਾਰ-ਬਾਰ ਕਰਦੇ ਕਰਦੇ ਅਸੀਂ ਉਹਦੇ 'ਚ ਐਕਸਪਰਟ ਹੋ ਜਾਂਦੇ ਹਾਂ। ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਘਰ ਬਣਾਉਣ ਦੀ ਜਿਹੜੀ ਐਗਜ਼ਾਮਪਲ ਦਿੱਤੀ ਹੈ ਕਿ ਮਾਰਬਲ ਵਾਲਾ ਮਾਰਬਲ 'ਚ ਐਕਸਪਰਟ ਹੋ ਜਾਂਦਾ ਹੈ, ਰਾਜ ਮਿਸਤਰੀ ਆਪਣੇ ਕੰਮ ਦੇ ਵਿੱਚ ਐਕਸਪਰਟ ਹੁੰਦਾ ਹੈ, ਕਿਉਂਕਿ ਉਹ ਬਾਰ-ਬਾਰ ਕੀ ਹੈ, ਕੰਧਾਂ ਹੀ ਬਣਾਈ ਜਾ ਰਿਹਾ ਹੈ, ਠੀਕ ਹੈ। ਤੇ ਲੱਕੜ ਵਾਲਾ ਲੱਕੜ ਦਾ ਕੰਮ ਕਰਦਾ ਹੋਇਆ ਐਕਸਪਰਟ ਹੋ ਜਾਂਦਾ ਹੈ,